ਸਤਿ ਸ਼੍ਰੀ ਅਕਾਲ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਸਿਰਫ ਪੰਜਾਬ ਦੀ ਸਿਆਸਤ ਦੇ ਨਾਲ ਹੀ ਨਹੀਂ ਜੁੜੀ, ਸਗੋਂ ਦੀ ਪੰਜਾਬ ਦੇ ਹਰ ਵਸਿੰਦੇ ਅਤੇ ਪੰਜਾਬ ਤੋਂ ਬਾਹਰੋਂ ਵਸਦੇ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਉੱਪਰ ਦਰਦ ਰੱਖਦੇ ਪੰਜਾਬੀ, ਗੈਰ ਪੰਜਾਬੀ, ਸਿੱਖ, ਗੈਰ ਸਿੱਖ ਲੋਕਾਂ ਦੇ ਨਾਲ ਜੁੜੀ ਹੋਈ ਖਬਰ ਹੈ। ਕਿਉਂਕਿ ਇਸ ਬੇਅਦਬੀ ਅਤੇ ਗੋਲੀकांड ਦੇ ਮੁੱਦਿਆਂ ਤੇ ਦੋ ਸਰਕਾਰਾਂ ਬਣੀਆਂ ਤੇ ਦੋ ਸਰਕਾਰਾਂ ਢਾਈਆਂ, ਜਿਵੇਂ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਕਹਿੰਦੇ ਹੁੰਦੇ। ਆਮ ਆਦਮੀ ਪਾਰਟੀ ਵੀ ਇਸ ਮੁੱਦੇ ਨੂੰ ਬੜਾ ਵੋਟਾਂ ਤੋਂ ਪਹਿਲਾਂ, 22 ਦੀਆਂ ਵੋਟਾਂ ਤੋਂ ਪਹਿਲਾਂ, ਵਿਧਾਨ ਸਭਾ ਵੋਟਾਂ ਤੋਂ ਪਹਿਲਾਂ ਚੱਕਦੀ ਸੀ। ਕੁੰਵਰ ਵਿਜੇ ਪ੍ਰਤਾਪ ਜਿਨ੍ਹਾਂ ਨੇ ਇਸ ਮੁੱਦਿਆਂ ਦੇ ਕਰਕੇ ਆਪਣੀ ਜਿਹੜੀ ਆ ਕੁਰਸੀ, ਆਈਜੀ ਦੀ ਕੁਰਸੀ ਛੱਡ ਦਿੱਤੀ ਸੀ, ਫਿਰ ਇੱਧਰ ਆਏ ਤੇ ਬੇਵੱਸ ਨਜ਼ਰ ਆਏ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਇਹਨਾਂ ਪੂਰੇ ਮਾਮਲਿਆਂ ਤੇ ਇਨਸਾਫ ਦਿਵਾਉਣ ਦੇ ਲਈ। ਤੇ ਅਸੀਂ ਲਗਾਤਾਰ ਜਿਹੜੇ ਸਵਾਲ ਚੁੱਕ ਰਹੇ ਸੀ, ਜਿਹੜੇ ਦਰਸ਼ਕ ਸਾਡਾ ਰੋਜ਼ਾਨਾ ਪ੍ਰੋਗਰਾਮ ਲਗਾਤਾਰ ਦੇਖਦੇ ਉਹ ਸਮਝਦੇ ਆ, ਕੁੰਵਰ ਵਿਜੇ ਪ੍ਰਤਾਪ ਦੇ ਉੱਪਰ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਸੀ ਕਿ ਕੁੰਵਰ ਵਿਜੇ ਪ੍ਰਤਾਪ ਨੇ ਅੱਜ ਗੱਲ ਨਹੀਂ ਕੀਤੀ, ਹੋ ਸਕਦਾ ਕੱਲ ਕਰਨ। ਅੱਜ ਅਸੀਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਕਿ ਕੁੰਵਰ ਵਿਜੇ ਪ੍ਰਤਾਪ ਜਿਹੜੇ ਆ ਅੱਜ ਇਹਨਾਂ ਮਾਮਲਿਆਂ ਤੇ ਗੱਲਬਾਤ ਕਰਨਗੇ। ਹੋਇਆ ਵੀ ਉਵੇਂ ਹੀ, ਕੁੰਵਰ ਵਿਜੇ ਪ੍ਰਤਾਪ ਨੇ ਗੱਲਬਾਤ ਕੀਤੀ, ਪਰ ਕੁੰਵਰ ਵਿਜੇ ਪ੍ਰਤਾਪ ਨੇ ਸਵਾਲ ਦੋ ਬੜੇ ਅਹਿਮ ਚੱਕ ਦਿੱਤੇ। ਇੱਕ ਤਾਂ ਬਿਕਰਮ ਸਿੰਘ ਮਜੀਠੀਆ ਉੱਪਰ, ਔਰ ਦੂਜਾ ਬੇਅਦਬੀ ਅਤੇ ਗੋਲੀकांड ਦੇ ਮਾਮਲੇ ਦੇ ਉੱਪਰ ਕੁੰਵਰ ਵਿਜੇ ਪ੍ਰਤਾਪ ਨੇ ਵਿਧਾਨ ਸਭਾ ਦੇ ਅੰਦਰ ਗੱਲਬਾਤ ਕਰਨ ਦੀ ਇਜਾਜ਼ਤ ਮੰਗੀ। 10 ਮਿੰਟ ਦੀ ਉਹਨਾਂ ਨੇ ਕਿਹਾ ਕਿ 10 ਮਿੰਟ ਜਾਂ ਤਾਂ ਮੈਨੂੰ ਪੱਖ ਰੱਖ ਲੈਣ ਦਿਓ ਜਾਂ ਫਿਰ ਅੱਧੇ ਘੰਟੇ ਦੀ ਤੇ ਡਿਬੇਟ ਕਰਾ ਲਓ। ਆਪਣੀ ਸਰਕਾਰ ਨੂੰ ਉਹਨਾਂ ਨੇ, ਆਪਣੀ ਸਰਕਾਰ ਜਿਹੜੀ ਕਿ ਇਹਨਾਂ ਮੁੱਦਿਆਂ ਤੇ ਲੜ ਕੇ ਹੀ ਸਰਕਾਰ ਬਣਾਈ, ਜਿਹੜੀ ਪਾਰਟੀ ਨੇ ਆਮ ਆਦਮੀ ਪਾਰਟੀ ਨੂੰ ਮੰਗ ਰੱਖੀ, ਔਰ ਦੂਜੇ ਪਾਸਿਓਂ ਜਿਹੜੀ ਵਿਰੋਧੀ ਧਿਰਾਂ ਪ੍ਰਤਾਪ ਸਿੰਘ ਬਾਜਵੇ ਹੋਰਾਂ ਨੇ ਵੀ ਉਹਨਾਂ ਦੀ ਮੰਗ ਦਾ ਸਮਰਥਨ ਕੀਤਾ ਕਿ ਵਾਕਈ ਇਹ ਤੇ ਗੱਲਬਾਤ ਹੋ ਜਾਣੀ ਚਾਹੀਦੀ ਹੈ, ਚਾਹੇ ਗੱਲਬਾਤ ਇਕੱਲੇ ਕੁੰਵਰ ਵਿਜੇ ਪ੍ਰਤਾਪ ਨੂੰ ਕਰ ਲੈਣ ਦਿਓ। ਪਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਤੇ ਗੱਲ ਕਰਵਾਉਣ ਤੋਂ ਭੱਜਦੀ ਦਿਖਾਈ ਦਿੱਤੀ, ਆਪਣੇ ਵਾਅਦੇ ਤੋਂ ਮੁੱਕਰਦੀ ਦਿਖਾਈ ਦਿੱਤੀ। ਇਸ ਤੇ ਗੱਲਬਾਤ ਕਰਾਂਗੇ ਕਿ ਕੁੰਵਰ ਵਿਜੇ ਪ੍ਰਤਾਪ ਜਿਹਨੂੰ ਉਹਨਾਂ ਨੇ ਹੀਰੋ ਬਣਾਇਆ ਕਿ ਇਹ ਬੇਅਦਬੀ ਦੇ ਦੋਸ਼ੀਆਂ ਨੂੰ ਫੜਨਗੇ, ਇਹਨਾਂ ਨੇ ਤਾਂ ਫੜ ਲੈਣਾ ਸੀ, ਚੰਨੀ ਨੇ ਫੜ ਨਹੀਂ ਦਿੱਤਾ, ਕੈਪਟਨ ਨੇ ਫੜ ਨਹੀਂ ਦਿੱਤਾ, ਤਾਂ ਉਹ ਹੁਣ ਬੰਦਾ ਤੁਹਾਡੇ ਕੋਲੇ ਪਹੁੰਚ ਗਿਆ। ਔਰ ਜਦੋਂ ਉਹਨੇ ਗੱਲ ਵੀ ਕੀਤੀ ਤਾਂ ਕਿਤੇ ਤੁਸੀਂ ਉਹਦੀ ਪੋਸਟ ਡਿਲੀਟ ਕਰਾ ਦਿੱਤੀ, ਕਿਤੇ ਕੁਝ ਕਰਵਾ ਦਿੱਤਾ। ਅੱਜ ਬੇਅਦਬੀਆਂ ਦੇ ਤੇ ਗੋਲੀकांडाਂ ਦੇ ਮੁੱਦੇ ਤੇ ਗੱਲ ਕਰਨ ਤੋਂ ਸਰਕਾਰ ਵਿਧਾਨ ਸਭਾ ਦੇ ਅੰਦਰ ਭੱਜ ਕਿਉਂ ਗਈ, ਇਸ ਤੇ ਜਿਹੜੀ ਗੰਭੀਰ ਅਸੀਂ ਗੱਲਬਾਤ ਕਰਾਂਗੇ। ਤੇ ਕੀ ਇਸ ਪੂਰੇ ਮਾਮਲੇ ਦੇ ਉੱਪਰ ਕੀ ਵਿਸ਼ਵਾਸ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਕੀਤਾ ਜਾਣਾ ਚਾਹੀਦਾ ਕਿ ਉਹ ਦੋਸ਼ੀਆਂ ਨੂੰ ਫੜ ਪਾਊਗੀ, ਇਹਨਾਂ ਪੂਰੇ ਮਾਮਲਿਆਂ ਤੇ ਇਨਸਾਫ ਦਿਵਾਊਗੀ। ਇਸ ਪੂਰੇ ਮਾਮਲੇ ਤੇ ਗੱਲਬਾਤ, ਅਹਿਮ ਗੱਲਬਾਤ ਕਰਾਂਗੇ। ਮੇਰੇ ਨਾਲ ਜੁੜੇ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ। ਸਭ ਤੋਂ ਪਹਿਲਾਂ ਸਵਾਗਤ ਕਰਦਾ ਸਰ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਸਰ ਮੈਂ ਚਾਹੁੰਦਾ ਕਿ ਆਪਣੀ ਗੱਲ ਜਿਹੜੀ ਦਰਸ਼ਕ ਵਧੀਆ ਤਰੀਕੇ ਨਾਲ ਸਮਝ ਸਕਣ, ਮੈਂ ਚਾਹੁੰਦਾ ਕਿ ਇੱਕ ਵਾਰ ਆਪਾਂ ਛੋਟੀ ਜੀ ਜਿਹੜੀ ਕਲਿੱਪ ਹੈ ਕੁੰਵਰ ਵਿਜੇ ਪ੍ਰਤਾਪ ਦੀ, ਜਿਹੜਾ ਅੱਜ ਉਹ ਵਿਧਾਨ ਸਭਾ ਦੇ ਅੰਦਰ ਬੋਲੇ, ਉਹ ਇੱਕ ਵਾਰ ਮਾੜੀ ਜੀ ਸੁਣਾ ਦਈਏ, ਫਿਰ ਆਪਾਂ ਇਹ ਤੇ ਚਰਚਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ, ਆਪਣੀ ਟੀਮ ਨੂੰ ਕਹਾਂਗਾ ਕੁੰਵਰ ਵਿਜੇ ਪ੍ਰਤਾਪ ਦੀ ਉਹ ਬਾਈਟ ਸੁਣਾਈ ਜਾਵੇ ਜਿਹਦੇ ਵਿੱਚ ਉਹਨਾਂ ਨੇ ਬੇਅਦਬੀ ਅਤੇ ਗੋਲੀकांड ਦੇ ਮੁੱਦਿਆਂ ਦੇ ਉੱਪਰ ਸਮਾਂ ਮੰਗਿਆ ਸੀ ਸਰਕਾਰ ਦੇ ਕੋਲ। ਉਹ ਬਾਈਟ ਸੁਣਾ ਦਿੱਤੀ ਜਾਵੇ ਜੀ। ਪ੍ਰਤਾਪ ਜੀ। ਮਾਨਯੋਗ ਸਪੀਕਰ ਸਾਹਿਬ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। 0 ਆਵਰ ਦੇ ਵਿੱਚ ਆਪ ਜੀ ਨੇ ਬੋਲਣ ਦਾ ਮੌਕਾ ਦਿੱਤਾ। ਮਾਨਯੋਗ ਸਪੀਕਰ ਸਾਹਿਬ, ਵਿਧਾਨ ਸਭਾ ਦਾ ਜਦੋਂ ਇਲੈਕਸ਼ਨ ਚੱਲ ਰਿਹਾ ਸੀ ਤਾਂ ਦੋ ਪ੍ਰਮੁੱਖ ਮੁੱਦੇ ਸੀ, ਇੱਕ ਡਰੱਗਸ ਦਾ ਤੇ ਦੂਸਰਾ ਬੇਅਦਬੀ ਦਾ। ਡਰੱਗਸ ਦੇ ਬਾਰੇ ਬਹੁਤ ਵਧੀਆ ਸ਼ੁਰੂਆਤ ਹੋਈ ਹੈ, ਸਰਕਾਰ ਨੇ ਕਾਫੀ ਕਦਮ ਉਠਾਏ ਨੇ। ਕੱਲ੍ਹ ਵੀ ਮਾਨਯੋਗ ਚੀਫ ਮਿਨਿਸਟਰ ਸਾਹਿਬ ਨੇ ਇਸ ਸੰਬੰਧ ਦੇ ਵਿੱਚ ਮੀਟਿੰਗ ਰੱਖੀ ਸੀ, ਮੈਂ ਚੀਫ ਮਿਨਿਸਟਰ ਸਾਹਿਬ ਦਾ ਧੰਨਵਾਦ ਕਰਾਂਗਾ। ਇੱਕ ਮੁੱਦਾ ਹੈ ਕਨੈਕਟਡ ਮੁੱਦਾ। ਮਾਨਯੋਗ ਸਪੀਕਰ ਸਾਹਿਬ, 2020 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਿੰਡ ਸੁਲਤਾਨਵਿੰਡ 197 ਕਿਲੋ ਹੈਰੋਇਨ ਜਾਂ ਹੈਰੋਇਨ ਵਰਗੇ ਨਸ਼ੀਲੇ ਪਦਾਰਥ ਦੀ ਰਿਕਵਰੀ ਹੋਈ ਸੀ। ਉਸ ਦੇ ਵਿੱਚ ਅਨਵਰ ਮਸੀਹ ਨਾਂ ਦੇ ਇੱਕ ਅਕਾਲੀ ਲੀਡਰ ਦੀ ਗ੍ਰਿਫਤਾਰੀ ਹੋਈ ਸੀ। ਮੇਰੇ ਹਿਸਾਬ ਦੇ ਨਾਲ ਮੁਕੱਦਮਾ ਨੰਬਰ 23 ਹੈ 2020 ਦਾ। ਉਦੋਂ ਨਸ਼ੇ ਦਾ ਜੋ ਸਭ ਤੋਂ ਵੱਡਾ ਸੌਦਾਗਰ ਹੈ ਪੰਜਾਬ ਦਾ, ਅੱਜ ਦੀ ਤਾਰੀਖ ਦੇ ਵਿੱਚ ਜੇਲ੍ਹ ਦੇ ਵਿੱਚ ਹੈ। ਉਦੋਂ ਸਾਡੇ ਜਿਹੜੇ ਮਿੱਤਰ ਬੈਠੇ ਨੇ ਸਾਹਮਣੇ, ਇਹਨਾਂ ਨੇ ਵੀ ਮੰਗ ਕੀਤੀ ਸੀ ਕਿ ਉਸ ਬੰਦੇ ਦੀ ਗ੍ਰਿਫਤਾਰੀ ਉਸ 23 ਨੰਬਰ FIR ਦੇ ਵਿੱਚ ਹੋਵੇ, ਕਿਉਂਕਿ ਉਹ ਉਹਦਾ ਬਹੁਤ ਹੀ ਕਨਿਸ਼ਟ ਮਿੱਤਰ ਸੀਗਾ ਔਰ ਉਹਦਾ ਸਾਥੀ ਸੀਗਾ। ਔਰ ਇਹਨਾਂ ਨੇ ਬਹੁਤ ਪ੍ਰयास ਕੀਤਾ, ਲੇਕਿਨ ਕੁਝ ਮਿਹਰਬਾਨੀ STF ਦੀ ਹੋ ਗਈ ਔਰ ਕੁਝ ਰਾਜਨੀਤੀ ਚੱਲ ਗਈ। ਇਸ ਕਰਕੇ ਉਸ ਸੌਦਾਗਰ ਦੀ ਗ੍ਰਿਫਤਾਰੀ ਉਸ ਕੇਸ ਦੇ ਵਿੱਚ ਨਹੀਂ ਹੋ ਸਕੀ। 23 ਨੰਬਰ FIR ਬਹੁਤ ਹੀ ਆਮ ਕੇਸ ਹੈ,
ਨਸ਼ੇ ਦੇ ਸੰਬੰਧ ਦੇ ਵਿੱਚ ਮੈਂ ਬੇਨਤੀ ਕਰਾਂਗਾ ਸਰਕਾਰ ਨੂੰ, ਖਾਸ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ, ਕਿ ਉਸ ਕੇਸ ਦੇ ਵਿੱਚ ਉਸ ਵਿਅਕਤੀ ਦੀ ਪੁੱਛਗਿੱਛ ਹੋਵੇ ਔਰ ਕਲੀਅਰ ਕਰ ਦਿੱਤਾ ਜਾਵੇ ਕਿ ਉਸ ਦਾ ਰੋਲ ਹੈ ਕਿ ਨਹੀਂ ਹੈ, ਕਿਉਂਕਿ ਇਹ ਬਹੁਤ ਵੱਡੀ ਰਿਕਵਰੀ ਸੀਗੀ ਔਰ ਗੁਜਰਾਤ ਦੀ ਪੁਲਿਸ ਨੇ ਇਨਫੋਰਮੇਸ਼ਨ ਦੇ ਕੇ ਇੱਕ ਰਿਕਵਰੀ ਕਰਾਈ ਸੀਗੀ। ਇਹ ਮੇਰੀ ਬੇਨਤੀ ਹੈ ਸਰ। ਦੂਸਰਾ ਮੁੱਦਾ ਸਰ ਬੇਅਦਬੀ ਦਾ ਹੈ। ਬੇਅਦਬੀ ਦੇ ਬਾਰੇ ਮੈਂ ਕਾਲ ਅਟੈਂਸ਼ਨ ਨੋਟਿਸ ਵੀ ਮੂਵ ਕੀਤੀ ਸੀ, ਕਿਸੇ ਕਾਰਨ ਬਸ ਟੇਕਅਪ नहीं हो पा रहा है। मेरी बेनती है मानयोग स्पीकर साहब कि सदन आज तक चलना है, कोई भी 30 मिनट इस वास्ते रख लिया जाए, जहाँ 30 मिनट वास्ते सदन की कार्रवाई बढ़ा दी जाए, क्योंकि मुद्दा बहुत अहम है और कुछ पॉइंट इस तरीके दे ने जो कि आम जनता नूं भी जानना जरूरी है, इस पवित्र सदन नूं भी जानना जरूरी है और इस सत्ता पक्ष वास्ते भी लाभदायक होगा, ओपोजिशन वास्ते भी होगा और जिन्नियां भी नानक नाम लेवा संगतां ने उन्हां वास्ते भी वधिया रहेगा। तुसीं भी कोट कपूरा एरिया तो तुसीं इस सदन की प्रतिनिधिता कर रहे हो, तो मेरी ये बेनती है कि जहाँ तक मैनू अपना पक्ष रखने वास्ते 10 मिनट का समा दे दिता जाए, जहाँ आधे घंटे वास्ते सदन की कार्रवाई बढ़ा दी जाए, तां जो इस मुद्दे के उत्ते वधिया एक डिबेट हो सके। आप जी का बहुत बहुत धन्यवाद। थैंक यू वेरी मच। गोगी जी। ਸੈਸ਼ਨ ਦਾ ਵਧਾ ਲਿਆ ਜਾਵੇ ਤਾਂ ਜੋ ਅਸੀਂ ਇਸ ਤੇ ਵਧੀਆ ਤਰੀਕੇ ਨਾਲ ਡਿਬੇਟ ਜਿਹੜੀ ਆ ਉਹ ਕਰ ਸਕੀਏ। ਤਾਂ ਨਾ ਤਾਂ ਉਹਨਾਂ ਨੂੰ ਸਮਾਂ ਦਿੱਤਾ ਗਿਆ, ਨਾ ਕੁਝ ਦੱਸਿਆ ਗਿਆ ਕਿ ਕਿਉਂ ਨਹੀਂ ਦਿੱਤਾ ਗਿਆ ਜਾਂ ਕੀ ਗੱਲਬਾਤ ਹੈ ਉਹ, ਪਰ ਸਮਾਂ ਜਿਹੜਾ ਇਸ ਤੇ ਗੱਲਬਾਤ ਕਰਨ ਦੇ ਲਈ ਦਿੱਤਾ ਨਹੀਂ ਗਿਆ। ਅਣਖੀ ਸਾਹਿਬ ਕਿਵੇਂ ਦੇਖਦੇ ਹੋ? ਕੁੰਵਰ ਵਿਜੇ ਪ੍ਰਤਾਪ ਬੇਅਦਬੀਆਂ ਦੇ ਮਾਮਲੇ ਤੇ ਪੋਸਟ ਪਾ ਦਿੰਦੇ, ਉਹਨਾਂ ਦੀ ਪੋਸਟ ਡਿਲੀਟ ਕਰ ਦਿੱਤੀ ਜਾਂਦੀ ਆ, ਫਿਰ ਉਹਨਾਂ ਨੇ ਕਿਹਾ ਕਿ ਕਾਲ ਇੰਟੈਂਸ਼ਨ ਜਿਹੜੀ ਇੱਕ ਨੋਟਿਸ ਕਹਿੰਦੇ ਦਿੱਤਾ ਸੀ ਉਹਦੇ ਤੇ ਵੀ ਕੁਝ ਨਹੀਂ ਬਣਿਆ, ਉੱਥੇ ਸੰਗਰੂਰ ਜਿਮਨੀ ਚੋਣ ਦੇ ਅੰਦਰ ਵੀ ਬੋਲਦੇ ਰਹੇ ਉਹਦੇ ਤੇ ਵੀ ਕੱਖ ਨਹੀਂ ਬਣਿਆ, ਤਾਂ ਹੁਣ ਵਿਧਾਨ ਸਭਾ ਦੇ ਅੰਦਰ ਵੀ ਬੋਲ ਗਏ, ਇੱਥੇ ਵੀ ਉਹਨਾਂ ਨੂੰ ਬੋਲਣ ਦੀ, ਆਪਣਾ ਪੱਖ ਰੱਖਣ ਦੀ ਇਜਾਜ਼ਤ ਜਿਹੜੀ ਆ ਆਮ ਆਦਮੀ ਪਾਰਟੀ ਨੇ ਨਹੀਂ ਦਿੱਤੀ। ਆਮ ਆਦਮੀ ਪਾਰਟੀ ਜਿਹੜੀ ਕਿ ਲਗਾਤਾਰ ਰੌਲਾ ਪਾਉਂਦੀ ਰਹੀ ਹੈ ਕਿ ਅਕਾਲੀ ਇਹਦੇ ਲਈ ਦੋਸ਼ੀ ਹੈ ਔਰ ਕਾਂਗਰਸੀ ਵੀ ਦੋਸ਼ੀ ਇਸ ਕਰਕੇ ਕਿਉਂਕਿ ਇਹਨਾਂ ਨੇ ਬੰਦੇ ਫੜੇ ਨਹੀਂ ਮਿਲੀ ਭੁਗਤ ਕਰਕੇ, ਤੇ ਆਪ ਤਾਂ ਗੱਲ ਵੀ ਨਹੀਂ ਕਰਨ ਜੋਗੇ। ਇਸ ਨੂੰ ਕੀ ਸਮਝਿਆ ਜਾਵੇ ਕਿ ਕਿਉਂ ਨਹੀਂ ਗੱਲ ਕਰਨ ਦਿੱਤੀ ਗਈ ਕੁੰਵਰ ਵਿਜੇ ਪ੍ਰਤਾਪ ਨੂੰ, ਕਿਉਂ ਸਮਾਂ ਨਹੀਂ ਦਿੱਤਾ ਗਿਆ, ਕਿਉਂ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵਿਸ਼ੇ ਤੇ ਗੱਲ ਕਰਨ ਤੋਂ ਭੱਜ ਗਈ? ਸੁਖਵਿੰਦਰ ਜੀ, ਬਹੁਤ ਮਹੱਤਵਪੂਰਨ ਪ੍ਰਸ਼ਨ ਜਿਹੜਾ ਹੈ ਇਹ ਠਾਇਆ, ਔਰ ਜਿਸ ਤਰੀਕੇ ਦੇ ਨਾਲ ਅੱਜ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਗੱਲ ਕੀਤੀ ਹੈ, ਮੈਨੂੰ ਇੱਕ ਪੁਰਾਣਾ ਦ੍ਰਿਸ਼ ਉਹ ਵੀ ਯਾਦ ਆ ਗਿਆ ਜਦੋਂ ਅੱਜ ਜਿਹੜੀ ਵਿਰੋਧੀ ਧਿਰ ਦੇ ਵਿੱਚ ਲੋਕ ਬੈਠੇ ਨੇ ਤੇ ਇਹਨਾਂ ਦੇ ਧਿਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੈ ਨਹੀਂ ਆ। ਉਸ ਵਕਤ ਨਵਜੋਤ ਸਿੰਘ ਸਿੱਧੂ ਨੇ ਝੋਲੀਆਂ ਅੱਡ ਕੇ ਉਸ ਸਮੇਂ ਦੇ ਕੈਪਟਨ ਅਮਰਿੰਦਰ ਸਿੰਘ ਪਾਸੋਂ ਬੇਅਦਬੀ ਦੇ ਦੋਸ਼ੀਆਂ ਨੂੰ ਤੇ ਕੋਟਕਪੂਰਾ ਗੋਲੀकांड ਦੀ ਜਾਂਚ ਕਰਨ ਦੀ ਗੱਲ ਕੀਤੀ ਸੀ, ਪਰ ਉਦੋਂ ਵੀ ਉਹੀ ਕੁਝ ਵਾਪਰਿਆ। ਨਵਜੋਤ ਸਿੱਧੂ ਦੀ ਵੀ ਕਿਸੇ ਨੇ ਨਹੀਂ ਸੁਣੀ ਤੇ ਅੱਜ ਸਿਰਫ ਤੇ ਸਿਰਫ ਕੁੰਵਰ ਵਿਜੇ ਪ੍ਰਤਾਪ ਸਿੰਘ ਸੀ ਜਿਹਨੇ ਬਕਾਇਦਾ ਤੌਰ ਤੇ ਲੋਕ ਸਭਾ ਦੇ ਮਾਫ ਕਰਦਾ ਵਿਧਾਨ ਸਭਾ ਦੇ ਸਪੀਕਰ ਕਰਤਾਰ ਸਿੰਘ ਸੰਧਵਾ ਕੋਲ ਬਿਨਾਂ ਤਾਂ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੀ ਇਜਾਜ਼ਤ ਮੰਗੀ, ਫਿਰ ਉਹਨਾਂ ਨੇ 10 ਮਿੰਟ ਵਾਸਤੇ ਸਮਾਂ ਮੰਗਿਆ ਤੇ ਇਹ ਵੀ ਗੱਲ ਕਹੀ ਜੇ ਨਹੀਂ ਤਾਂ ਫਿਰ 30 ਘੰਟੇ ਮਾਫ ਕਰਦਾ 30 ਮਿੰਟ ਦਾ ਸਮਾਂ ਜਿਹੜਾ ਹੋਰ ਬਤਾ ਦਿੱਤਾ ਜਾਵੇ ਤਾਂ ਜੋ ਇਹਦੇ ਉੱਤੇ ਖੁੱਲ ਕੇ ਵਿਚਾਰ ਜਿਹੜੀ ਕੀਤੀ ਜਾ ਸਕੇ। ਸੁਖਵਿੰਦਰ ਜੀ, ਬੇਅਦਬੀ ਦਾ ਮੁੱਦਾ ਤੇ ਗੋਲੀकांड ਦਾ ਮੁੱਦਾ ਅਜਿਹਾ ਮੁੱਦਾ ਆ ਜਿਹੜਾ ਸਿੱਖ ਭਾਵਨਾਵਾਂ ਦੇ ਨਾਲ, ਚਲੋ ਮੈਂ ਸਿੱਖ ਭਾਵਨਾਵਾਂ ਨਹੀਂ ਕਹਾਂਗਾ, ਮੈਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦੇ ਬੋਲਾਂ ਦੇ ਵਿੱਚ ਕਹਾਂਗਾ ਨਾਨਕ ਨਾਮ ਦੇ ਸੰਗਤ ਦੇ ਨਾਲ ਲੋਕ ਹਿਰਦਿਆਂ ਨਾਲ ਇਹ ਜੁੜਿਆ ਹੋਇਆ ਮੁੱਦਾ, ਤੇ ਸ਼ਾਇਦ ਇਸੇ ਹੀ ਮੁੱਦੇ ਕਰਕੇ ਲੋਕਾਂ ਨੇ ਉਸ ਅਕਾਲੀ ਦਲ ਨੂੰ ਵੀ ਪਿੱਛੇ ਸੁੱਟਤਾ ਜਿਹੜਾ ਪੰਥ ਦੀ ਸ਼੍ਰੋਮਣੀ ਜਮਾਤ ਦੀ ਪ੍ਰਤੀਨਿਧਤਾ ਕਰਦਾ ਸੀ, ਫਿਰ ਕਾਂਗਰਸ ਨੂੰ ਵੀ ਪਿੱਛੇ ਸੁੱਟਤਾ ਕਿਉਂਕਿ ਕਾਂਗਰਸ ਦੀਆਂ ਚਾਲਾਂ ਤੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸੋਚ ਸਮਝ ਸੀ ਉਹ ਵੀ ਸਾਹਮਣੇ ਆ ਗਈ ਕਿ ਕਿਸ ਤਰੀਕੇ ਨਾਲ SIT ਦੀ ਰਿਪੋਰਟ ਜਿਹੜੀ ਆ 7 ਅਪ੍ਰੈਲ ਜਿਹੜੀ ਆ 2021 ਦੇ ਵਿੱਚ ਉਹ ਖਾਰਜ ਕਰਵਾਈ ਜਾਂਦੀ ਹੈ। ਬਹੁਤ ਕੁਝ ਵਾਪਰਿਆ, ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਸ ਤਰੀਕੇ ਨਾਲ ਪਹਿਲਾਂ ਸੀ ਉਸੇ ਤਰੀਕੇ ਨਾਲ ਅੱਜ, ਤੇ ਲੋਕਾਂ ਨੇ ਜਿਸ ਤਰੀਕੇ ਨਾਲ ਫਤਵਾ ਆਮ ਆਦਮੀ ਪਾਰਟੀ ਨੂੰ ਦਿੱਤਾ, ਜੋ ਮਰਜ਼ੀ ਕਹਿ ਲਓ, ਆਮ ਆਦਮੀ ਪਾਰਟੀ ਨੂੰ ਫਤਵਾ ਦੇਣ ਦਾ ਇੱਕ ਕਾਰਨ ਇਹ ਵੀ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦਾ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨਾ, ਕਿਉਂਕਿ ਲੋਕ ਸਮਝਦੇ ਸਨ ਕਿ ਕੁੰਵਰ ਵਿਜੇ ਪ੍ਰਤਾਪ ਦੇ ਨਾਲ ਇੱਕ ਵਧੀਕੀ ਹੋਈ ਆ, ਉਸ ਦੀ ਗੱਲ ਸੁਣੀ ਨਹੀਂ ਗਈ
ਤੇ ਉਹ ਇਸ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਕੇ ਪੂਰਨ ਤੌਰ ਤੇ ਸਜ਼ਾ ਦੇਵੇਗਾ। ਤਾਂ ਉਹ ਜਦੋਂ ਆਮ ਆਦਮੀ ਪਾਰਟੀ 'ਚ ਜੁਆਇਨ ਕੀਤਾ, ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਜਾਂ ਉਸ ਦਾ ਅੰਗ ਬਣੇ, ਤਾਂ ਲੋਕਾਂ ਨੇ ਇੱਕ ਭਾਰੀ ਫਤਵਾ ਜਿਹੜਾ ਸਿਰਫ ਤੇ ਸਿਰਫ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਦੇ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਕੰਵਰ ਵਿਜੇ ਪ੍ਰਤਾਪ ਗ੍ਰਹਿ ਮੰਤਰੀ ਬਣਨਗੇ, ਤਾਂ ਸ਼ਾਇਦ ਫਿਰ ਜਿਹੜੇ ਬੇਅਦਬੀ ਦੇ ਦੋਸ਼ੀ ਨੇ, ਕਤਲ ਦੋਸ਼ੀ, ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇਗਾ। ਬਿਲਕੁਲ। ਪਰ ਅੱਜ ਮੈਂ ਕਹਿ ਸਕਦਾ ਕਿ ਕੰਵਰ ਵਿਜੇ ਪ੍ਰਤਾਪ ਦਾ ਅੱਜ ਸਿਖਰ ਹੋ ਗਿਆ। ਜਿਸ ਤਰੀਕੇ ਨਾਲ ਪਹਿਲਾਂ ਉਹਨਾਂ ਨੇ ਪੋਸਟ ਪਾਈ, ਪੋਸਟ ਜਿਹੜੀ ਪਾਈ ਉਹਦੇ ਵਿੱਚ ਨਾਮ ਲਿਖੇ, ਅਖੀਰ ਉਹ ਨਾਮ ਡਿਲੀਟ ਕਰਵਾ ਦਿੱਤੇ ਗਏ। ਉਸ ਤੋਂ ਬਾਅਦ ਜਿਸ ਤਰੀਕੇ ਨਾਲ ਜਿਮਨੀ ਚੋਣ ਦੇ ਵਿੱਚ ਉਹਨਾਂ ਨੇ ਮੁੱਦਾ ਚੁੱਕਿਆ, ਉਹ ਦੂਜਾ ਸੀ। ਤੇ ਅੱਜ ਇਹ ਤੀਸਰਾ ਪੱਖ ਸੀ, ਜਿਸ ਤਰ੍ਹਾਂ ਕਹਿ ਸਕਦਾ ਕਿ ਕੰਵਰ ਵਿਜੇ ਪ੍ਰਤਾਪ ਦੀ ਜਿਹੜੀ ਅੱਜ ਅਸੀਂ ਕਹਿ ਸਕਦੇ ਚੌਥਾ ਸੀ ਅਣਖੀ ਸਾਹਿਬ। ਇੱਕ ਉਹਨਾਂ ਨੇ ਦੱਸਿਆ ਨੋਟਿਸ ਬਾਰੇ ਗੱਲ ਕੀਤੀ, ਮੇਰੇ ਖਿਆਲ 'ਚ ਕਾਲ ਇੰਟੈਂਸ਼ਨ ਨੋਟਿਸ, ਸ਼ਾਇਦ ਜੇ ਮੈਂ ਗਲਤ ਨਹੀਂ ਹਾਂ। ਧਿਆਨ ਦਿਓ ਜੀ, ਧਿਆਨ ਦਿਓ, ਮਤਾ ਆਪਾਂ ਕਹਿ ਸਕਦੇ ਹਾਂ। ਮਤਲਬ ਅੱਜ ਉਹਨਾਂ ਦੀ ਅਖੀਰ ਹੋ ਗਈ। ਇਹ ਤਾਂ ਹੋ ਗਈ ਇੱਕ ਨਿੱਕੀ ਜਿਹੀ ਗੱਲ, ਜਿਹੜੀ ਆਮ ਗੱਲ ਆ। ਪ੍ਰਸ਼ਨ ਤੁਹਾਡਾ ਹੈ ਕਿ ਆਮ ਆਦਮੀ ਪਾਰਟੀ ਭੱਜ ਗਈ ਔਰ ਅਣਖੀ ਸਾਹਿਬ ਇਹ ਵੀ ਨਹੀਂ ਆ ਕਿ ਕਿਸੇ ਨੇ ਇਹ ਤੇ ਵਿਰੋਧ ਕਰਤਾ ਹੋਵੇ ਕਿ ਨਹੀਂ ਇਹ ਤੇ ਗੱਲਬਾਤ ਜਿਹੜੀ ਨਹੀਂ ਹੋਣੀ ਚਾਹੀਦੀ। ਇਹ ਤਾਂ ਇਹੋ ਜਿਹਾ ਮੁੱਦਾ ਸੀ ਜਿਹਦੇ ਤੇ ਕੋਈ ਵਿਰੋਧ ਕਰ ਹੀ ਨਹੀਂ ਸਕਦਾ। ਦੇਖੋ, ਵਿਰੋਧੀ ਧਿਰ ਜਿਹਦੇ ਤੇ ਇਹ ਇਲਜ਼ਾਮ ਲਾਉਂਦੇ ਸੀ ਕਿ ਇਹਨਾਂ ਨੇ ਫੜੇ ਨਹੀਂ, ਉਹਨਾਂ ਦਾ ਜਿਹੜਾ ਲੀਡਰ ਉੱਠ ਕੇ ਇਹ ਗੱਲ ਕਹਿ ਰਿਹਾ ਕਿ ਠੀਕ ਆ ਜੀ, ਕੰਵਰ ਵਿਜੇ ਪ੍ਰਤਾਪ ਬਿਲਕੁਲ ਸਹੀ ਗੱਲ ਕਹਿ ਰਹੇ ਆ, 30 ਮਿੰਟ ਦਾ ਸਮਾਂ ਜਿਹੜਾ ਵਧਾ ਦੇਣਾ ਚਾਹੀਦਾ ਹੈ, ਔਰ ਜਾਂ 10 ਮਿੰਟ ਦਾ ਸਮਾਂ ਇਕੱਲੇ ਕੰਵਰ ਵਿਜੇ ਪ੍ਰਤਾਪ ਨੂੰ ਦੇ ਦਿਓ। ਔਰ ਦੂਜੇ ਐਮਐਲਏ ਕੁਲਵੰਤ ਸਿੰਘ ਸਿੱਧੂ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਹੀ ਉੱਠਦੇ ਨੇ, ਉਹ ਵੀ ਸਮਰਥਨ ਕਰਦੇ ਨੇ, ਕੰਵਰ ਵਿਜੇ ਪ੍ਰਤਾਪ ਦੀ ਸਪੋਰਟ ਕਰਦੇ ਨੇ ਕਿ ਵਾਕਈ ਇਦਾਂ ਹੋਣਾ ਚਾਹੀਦਾ, ਬਹਿਸ ਹੋ ਜਾਣੀ ਚਾਹੀਦੀ ਆ, ਜਾਂ ਸਮਾਂ ਕੰਵਰ ਵਿਜੇ ਪ੍ਰਤਾਪ ਨੂੰ ਮਿਲ ਜਾਣਾ ਚਾਹੀਦਾ। ਫਿਰ ਵੀ ਭੱਜ ਜਾਂਦੀ ਹੈ। ਫਿਰ ਤੁਸੀਂ ਹੁਣ ਦੱਸੋ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਿਉਂ ਭੱਜ ਗਈ ਆਮ ਆਦਮੀ ਪਾਰਟੀ ਦੀ ਸਰਕਾਰ? ਜੀ ਬਿਲਕੁਲ, ਮੈਂ ਉਧਰ ਹੀ ਲੱਗਾ। ਹੁਣ ਕਾਰਨ ਇਸ ਤਾਂ ਮੈਨੂੰ ਇਹ ਲੱਗਦਾ ਕਿ ਜਿਸ ਤਰ੍ਹਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ 92 ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ, ਤੇ 91 ਜਿਹੜਾ ਆ 92 ਜਿਹੜਾ ਕੰਵਰ ਵਿਜੇ ਪ੍ਰਤਾਪ ਸਿੰਘ ਪੰਜਾਬ ਦੀ ਧਰਤੀ ਨਾਲ ਸੰਬੰਧਿਤ ਨਾ ਹੋ ਕੇ ਬਿਹਾਰ ਦੇ ਨਾਲ ਨੇ। ਪਰ ਫਿਰ ਵੀ ਜਿਸ ਤਰੀਕੇ ਨਾਲ ਉਹਨੇ ਪੰਜਾਬੀ ਮੁੱਦੇ ਔਰ ਖਾਸ ਤੌਰ ਤੇ ਬੇਅਦਬੀ ਦੇ ਮੁੱਦਿਆਂ ਨੂੰ ਚੁੱਕਿਆ, ਉਹ ਇਕੱਲਾ ਹੀ 91 ਦੇ ਭਾਰੂ ਪਿੰਡਾਂ ਦਿਖਾਈ ਦਿੱਤਾ। ਪ੍ਰਸ਼ਨ ਤੁਹਾਡਾ ਇਹ ਹੈ ਕਿ ਆਮ ਆਦਮੀ ਇੱਥੋਂ ਭੱਜੀ ਕਿਉਂ ਉਹਨੇ ਇਸ ਗੱਲ ਤੋਂ ਡਿਬੇਟ ਕਰਾਉਣ ਤੋਂ ਕਿਉਂ ਨਹੀਂ ਸਰ? ਮੈਨੂੰ ਇਸ ਤਰ੍ਹਾਂ ਲੱਗਦਾ ਸੁਖਵਿੰਦਰ ਜੀ ਕਿ ਜਿਸ ਤਰੀਕੇ ਨਾਲ ਲੋਕ ਪਹਿਲਾਂ ਇਹ ਕਹਿੰਦੇ ਰਹੇ ਆ ਕਿ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਹੜਾ ਵੀ ਕੋਈ ਫੈਸਲਾ ਹੁੰਦਾ ਉਹ ਦਿੱਲੀ ਤੋਂ ਵੜ ਕੇ ਹੁੰਦਾ, ਅਰਵਿੰਦ ਕੇਜਰੀਵਾਲ ਨੂੰ ਫਾਈਲ ਕਰਦੇ ਆ, ਫਾਈਲ ਅਪ ਕਰਕੇ ਫਿਰ ਉਸ ਨੂੰ ਦਿੱਤਾ ਜਾਂਦਾ। ਤੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਜਿਹੜੀ ਚੱਲੀ ਆ 6 ਦਿਨ, ਇਹਦੇ ਵਿੱਚ ਵੀ ਸਿੱਧੇ ਜਾਂ ਅਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਉਹ ਜਿਹੜੇ ਗੈਲਰੀ ਦੇ ਵਿੱਚ ਬੈਠੇ ਰਾਘਵ ਚੱਡਾ ਜਾਂ ਹੋਰ ਇਹੋ ਜਿਹੇ ਜਿਹੜੇ ਬੰਦੇ ਸੀ, ਉਹ ਪੂਰਨ ਤੌਰ ਤੇ ਇੱਕ ਵਿਜੀਲੈਂਟ ਨਜ਼ਰ ਰੱਖ ਰਹੇ ਸੀ ਕਿ ਕਿਹੜਾ ਮੁੱਦਾ ਆਪਾਂ ਉਠਾਉਣਾ, ਕਿਹੜੇ ਮੁੱਦੇ ਨੂੰ ਆਪਾਂ ਕੈਸ਼ ਕਰਨਾ, ਕਿਹੜੇ ਮੁੱਦੇ ਨੂੰ ਆਪਾਂ ਅੱਗੇ ਗੱਲ ਕਰਨੀ ਹੈ। ਉਹਨਾਂ ਵਾਸਤੇ, ਆਮ ਆਦਮੀ ਪਾਰਟੀ ਵਾਸਤੇ ਅੱਜ ਦੀ ਨਜ਼ਰ 'ਚ ਸਿਰਫ ਤੇ ਸਿਰਫ ਕਰਪਸ਼ਨ ਨੂੰ ਲੈ ਕੇ ਗੱਲ ਚੱਲ ਰਹੀ ਆ। ਤੇ ਅਰਵਿੰਦ ਕੇਜਰੀਵਾਲ ਆਪਣੀ, ਔਰ ਮਾਫ ਕਰਨਾ, ਨਾਲ ਭਗਵੰਤ ਮਾਨ ਆਪਣੀ ਇੱਕ ਅਜਿਹੀ ਦਿੱਖ ਬਣਾਉਣ ਦੇ ਚੱਕਰ 'ਚ ਨੇ ਕਿ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਜਾਂ ਆਮ ਬਾਹਰ ਇਹ ਪ੍ਰਭਾਵ ਜਾਵੇ ਕਿ ਸਾਡੀ ਇੱਕ ਸੈਕੂਲਰ ਦੇਖਿਆ, ਅਸੀਂ ਕਿਸੇ ਵੀ ਧਾਰਮਿਕ ਮੁੱਦੇ ਨੂੰ ਨਾਲ ਲੈ ਕੇ ਨਹੀਂ ਚੱਲਦੇ ਪਏ। ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਇਹ ਧਾਰਮਿਕ ਮੁੱਦਾ ਜਿਹੜਾ ਅਸੀਂ ਉਠਾਉਣਾ ਤੇ ਆਉਂਦਾ ਅਸੀਂ ਉਠਾਉਂਦੇ ਤੇ ਕੱਲ੍ਹ ਨੂੰ ਕਿਤੇ ਇਹਦਾ ਨੁਕਸਾਨ ਹਿਮਾਚਲ ਪ੍ਰਦੇਸ਼ ਦੀਆਂ ਵੋਟਾਂ ਦੇ ਵਿੱਚ ਸਾਨੂੰ ਨਾ ਹੋ ਜੇ। ਇੱਕ ਕਾਰਨ ਮੈਨੂੰ ਇਹ ਲੱਗ ਰਿਹਾ ਕਿ ਠੀਕ ਆ, ਪੰਜਾਬ ਤਾਂ ਅਸੀਂ ਜਿੱਤ ਲਿਆ, ਪੰਜਾਬ ਦੇ ਵਿੱਚ ਤਾਂ ਅਸੀਂ ਸਰਕਾਰ ਬਣਾ ਲਈ ਇਸ ਮੁੱਦੇ ਨੂੰ ਕੈਸ਼ ਕਰਕੇ, ਪਰ ਜੇਕਰ ਅਸੀਂ ਅੱਜ ਇਹਦੇ ਤੇ ਕਾਰਵਾਈ ਕਰਦੇ ਹਾਂ ਤਾਂ ਇਸ ਦਾ ਪ੍ਰਭਾਵ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਜਾਂ ਗੁਜਰਾਤ ਦੀਆਂ ਚੋਣਾਂ 'ਚ ਇੱਕ ਟੇਢੇ ਤਰੀਕੇ ਨਾਲ ਜਾਏਗਾ। ਇਹ ਉਹਨਾਂ ਦੀ ਸੋਚ ਹੋ ਸਕਦੀ ਆ ਕਿ ਸਾਡੀ ਇੱਕ ਸੈਕੂਲਰ ਦੇਖਿਆ, ਅਸੀਂ ਸਿੱਖ ਮੁੱਦੇ ਨੂੰ ਜਾਂ ਇਹ ਸੈਂਸਿਟਿਵ ਮੁੱਦੇ ਨੂੰ ਅਜੇ ਨਹੀਂ ਛੇੜਦਾ, ਚੋਣਾਂ ਤੋਂ ਬਾਅਦ ਛੇੜਾਂਗੇ, ਬੇਸ਼ੱਕ ਕੰਵਰ ਵਿਜੇ ਪ੍ਰਤਾਪ ਜੋ ਮਰਜ਼ੀ ਕਹੀ ਜਾਵੇ। ਇੱਕ ਕਾਰਨ ਇਹ ਹੈ। ਦੂਜਾ ਕਾਰਨ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਆ, ਇਹਦੇ ਕੋਲ ਇੰਨੀ ਸਮਰੱਥਾ ਹੀ ਨਹੀਂ ਹੈ ਕਰਨ ਦੀ। ਦੋ ਕਾਰਨ ਨੇ। ਇੱਕ ਹੈ ਤਜਰਬੇ ਦੀ ਘਾਟ, ਕਿ ਕਿਸ ਤਰੀਕੇ ਨੂੰ ਤਜਰਬਾ ਇਹੋ ਜਿਹੇ ਮੁੱਦਿਆਂ ਤੇ ਤੁਸੀਂ ਸਥਿਤੀਆਂ ਨੂੰ ਸਾਂਭਣਾ, ਕਿਹੋ ਜਿਹੇ ਬੰਦਿਆਂ ਦੇ ਖਿਲਾਫ ਕਾਰਵਾਈ ਕਰਦੀਆਂ। ਤੇ ਵਿਧਾਨ ਸਭਾ ਦੇ ਵਿੱਚ ਜਦੋਂ ਤੁਹਾਡਾ ਆਪਣਾ ਵਿਧਾਇਕ ਇਸ ਮੁੱਦੇ ਦੇ ਉੱਤੇ ਬਹਿਸ ਦੀ ਮੰਗ ਕਰ ਰਿਹਾ ਤੇ ਤੁਹਾਡੇ ਬੰਦੇ ਚੋਪੜੇ ਦੇ ਦੂਜੇ ਪਾਸੇ ਵਿਰੋਧੀ ਧਿਰ ਉਹਦੇ ਹੱਕ 'ਚ ਬੋਲਦੇ ਪਏ ਆ, ਇਸ ਤੋਂ ਵੱਡਾ ਗੈਰ ਤਜਰਬੇਕਾਰ ਇਹੋ ਜਿਹਾ ਵਿਧਾਨ ਸਭਾ ਦਾ ਸੈਸ਼ਨ ਮੈਂ ਨਹੀਂ ਅੱਜ ਤੱਕ ਕਦੀ ਵੇਖਿਆ ਕਿ ਜਿੱਥੇ ਤੁਹਾਡੀ ਪਾਰਟੀ ਦੇ ਬੰਦੇ ਇਹ ਕਹਿ ਰਹੇ ਹੋ ਕਿ ਤੁਸੀਂ ਕਰੋ, ਮੰਗ ਕਰੋ, ਵਿਰੋਧੀ ਪਾਰਟੀ ਕਹੇ ਹਾਂਜੀ ਕਰਨੀ ਚਾਹੀਦੀ ਆ,
ਤੇ ਸਰਕਾਰ ਕਦੇ ਔਰ ਨਹੀਂ ਕੁਮਰ ਅਸੀਂ- ਵਿਜੇ ਪ੍ਰਤਾਪ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਦਾ ਅਕਸ ਲੋਕਾਂ ਦੇ ਵਿੱਚ ਚੰਗਾ ਜਾਊਗਾ ਜੇ ਤੇ ਆਪਾਂ ਇਹ ਤੇ ਗੱਲਬਾਤ ਰੱਖਾਂਗੇ। ਇਹ ਸਾਫ਼ ਹੈ, ਇਹ ਸਾਫ਼ ਹੋ ਗਿਆ ਕਿ ਇੱਕ ਸੱਚ ਬੋਲਣ ਵਾਲੇ ਦੀ, ਆਪਾਂ ਪਿਛਲੀ ਵਾਰ ਦੇਖਿਆ ਕਾਂਗਰਸ ਦੀ ਸਰਕਾਰ ਦੇ ਵਿੱਚ ਇੱਕ ਸੱਚ ਬੋਲਣ ਵਾਲੇ ਬੰਦੇ ਨੂੰ ਦਬਾ ਕੇ ਰੱਖਿਆ ਗਿਆ ਤੇ ਕਿਵੇਂ ਰਲ ਕੇ ਉਹਨਾਂ ਨੇ ਹਰਾਇਆ ਨਵਜੋਤ ਸਿੰਘ ਸਿੱਧੂ ਨੂੰ, ਤੇ ਉਸੇ ਤਰੀਕੇ ਦੇ ਨਾਲ ਹੁਣ ਕੁਮਰ ਵਿਜੇ ਪ੍ਰਤਾਪ ਦੀ ਜਿਹੜੀ ਆਵਾਜ਼ ਦੱਬੀ ਜਾ ਰਹੀ ਹੈ। ਨਹੀਂ, ਇਹ ਤਾਂ ਸਾਫ਼ ਆਵਾਜ਼ ਅੱਜ ਦੀ ਨਹੀਂ ਨੱਪੀ ਜਾ ਰਹੀ। ਸੁਖਵਿੰਦਰ ਜੀ, ਕੰਵਰ ਵਿਜੇ ਪ੍ਰਤਾਪ ਦੀ ਆਵਾਜ਼ ਦੀ ਗੱਲ ਨਾ ਕਰੋ। ਬੜੇ ਇਹੋ ਜਿਹੇ ਵਿਧਾਇਕ ਨੇ ਜਿਨ੍ਹਾਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਜਾ ਰਿਹਾ। ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇੱਕ ਵਿਧਾਇਕ ਬਟਾਲਾ ਤੋਂ ਜਿਹੜਾ ਸ਼ਹਿਰੀ ਕਲ ਸੀ, ਇਸ ਤਰੀਕੇ ਨਾਲ, ਹਾਲਾਂਕਿ ਚਲੋ ਉਸ ਦਾ ਜਵਾਬ ਕੀ ਸੀ, ਸਵਾਲ ਉਹਦਾ ਕੀ ਜਾਂ ਕੀ ਨਹੀਂ, ਪਰ ਜਿਸ ਤਰੀਕੇ ਨਾਲ ਸਪੀਕਰ ਵਿਧਾਨ ਸਭਾ ਕਲਤਾਰ ਸੰਧਵਾ ਨੂੰ ਉਸਨੂੰ ਝਾੜ ਕੇ ਭਾਲਿਆ, ਉਹ ਇੱਕ ਬੜਾ ਨਿੰਦਣਯੋਗ ਵਰਤਾਰਾ ਸੀ। ਕਿਸ ਤਰੀਕੇ ਨਾਲ ਇੱਕ ਨਵੇਂ ਵਿਧਾਇਕ ਨੂੰ ਤੁਸੀਂ ਉਸ ਚੱਕਰ ਦੇ ਵਿੱਚ ਧੱਕੇ ਮਾਰ ਕੇ ਭਾਗ ਰਹੇ ਜੇ। ਤੇ ਦੂਜੇ ਪਾਸੇ ਕੰਵਰ ਵਿਜੇ ਪ੍ਰਤਾਪ ਤਾਂ ਫਿਰ ਆਪਣੀ ਸਰਕਾਰ ਦੀਆਂ ਪੂਰੇ ਫੁੱਲ ਜਾਂ ਅਸਤੀਆਂ ਫਰੋਲਾਂ ਦੇ ਮੂੰਹ 'ਚ ਆ ਕਿ ਇਹ ਸਰਕਾਰ ਕਿੱਥੋਂ ਤੱਕ ਭੱਜਦੀ ਆ, ਕਿ ਇਹ ਸਰਕਾਰ ਜਦੋਂ ਇਹਨਾਂ ਮੁੱਦਿਆਂ ਤੇ ਗੱਲ ਕਰਕੇ ਆਈ, ਜਿਸ ਤਰ੍ਹਾਂ ਕੇਜਰੀਵਾਲ ਇਹ ਗੱਲ ਕਹਿੰਦਾ ਰਿਹਾ ਕਿ 24 ਘੰਟਿਆਂ 'ਚ ਇਨਸਾਫ ਮਿਲ ਸਕਦਾ, ਉਹ ਜਿਹੜੀਆਂ ਇਨਸਾਫ ਦੀਆਂ ਗੱਲਾਂ ਸੀ ਸਿਰਫ ਤੇ ਸਿਰਫ ਇਸ ਤਰ੍ਹਾਂ ਲੱਗਦਾ ਕਿ ਪੰਜਾਬ ਦੇ ਵਿੱਚ ਚੋਣਾਂ ਲੜਨ ਤੱਕ ਹੀ ਸੀਮਤ ਸੀ। ਜਿਸ ਤਰੀਕੇ ਨਾਲ ਅਸੀਂ ਅੱਗੇ ਵੀ ਗੱਲ ਕੀਤੀ ਆ ਕਿ ਜਿਸ ਤਰੀਕੇ ਨਾਲ ਕਾਂਗਰਸ ਹਾਈ ਕਮਾਨ ਨੇ ਕੈਪਟਨ ਨੂੰ ਲਾਉਣ ਵਾਸਤੇ ਨਵਜੋਤ ਸਿੱਧੂ ਨੂੰ ਵਰਤਿਆ, ਮੈਨੂੰ ਵੀ ਇਸੇ ਤਰ੍ਹਾਂ ਲੱਗਦਾ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸੁਪਰੀਮੋ ਜਾਂ ਪਾਰਟੀ ਜਿਹੜੀ ਉਸੇ ਤਰੀਕੇ ਨਾਲ ਵਰਤ ਗਈ, ਕਿਉਂਕਿ ਉਸ ਵਕਤ ਇਹ ਮਸਲੇ ਜਿਹੜੇ ਇਹ ਮਾਮਲੇ ਬਹੁਤ ਤੱਤੇ ਸਨ। ਲੋਕਾਂ ਦਾ ਇਹ ਪ੍ਰਭਾਵ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣੀ ਆ ਤੇ ਕੰਵਰ ਵਿਜੇ ਪ੍ਰਤਾਪ ਜਿੱਤਣਗੇ, ਉਹਦੇ ਵਿੱਚ ਗ੍ਰਹਿ ਮੰਤਰੀ ਬਣਨਗੇ ਤੇ ਜਿਹੜੇ ਕਥਿਤ ਦੋਸ਼ੀ ਨੇ ਫੜ ਕੇ ਅੰਦਰ ਟੱਗੇ ਜਾਣਗੇ। ਤੇ ਲੋਕਾਂ ਨੇ ਇਸ ਪ੍ਰਭਾਵ ਨਾਲ ਫਤਵਾ ਦਿੱਤਾ। ਆਮ ਆਦਮੀ ਪਾਰਟੀ ਦਾ ਕੰਵਰ ਵਿਜੇ ਪ੍ਰਤਾਪ ਸਿੰਘ ਨਾਲ ਲੱਗਦਾ ਇੰਨਾ ਕੀ ਰਿਸ਼ਤਾ ਸੀ ਕਿ ਉਹ ਚੋਣਾਂ ਜਿੱਤਣੀਆਂ ਨੇ, ਤਾਂ ਬਸ ਉੱਥੋਂ ਤੱਕ ਗੱਲ ਹੋ ਗਈ। ਇਸ ਕਰਕੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਜਿਸ ਤਰੀਕੇ ਦੇ ਨਾਲ ਮੈਂ ਕਹਿ ਰਿਹਾ ਅਣਖੀ ਸਾਹਿਬ, ਥੋੜਾ ਜਿਹਾ ਮੈਂ ਥੋੜੇ ਸਮੇਂ 'ਚ ਮੈਂ ਦੁਬਾਰਾ ਤੋਂ ਗੱਲ ਕਰਨੀ ਚਾਹੂੰਗਾ ਕਿ ਆਮ ਆਦਮੀ ਪਾਰਟੀ ਨੂੰ ਪ੍ਰੋਬਲਮ ਕੀ ਸੀ। ਜਿਹੜੀ ਪਾਰਟੀ ਤੇ ਇਲਜ਼ਾਮ ਲੱਗਦੇ ਰਹੇ ਆ ਉਹ ਪਾਰਟੀ ਚੁੱਪ ਕਰਕੇ ਬੈਠੀ ਹੈ, ਜਿਹੜੀ ਪਾਰਟੀ ਤੇ ਨਾ ਫੜੇ ਜਾਣ ਦੇ ਇਲਜ਼ਾਮ ਲੱਗਦੇ ਰਹੇ ਆ ਉਹ ਪਾਰਟੀ ਸਪੋਰਟ ਕਰ ਰਹੀ ਹੈ। ਤੇ ਆਮ ਆਦਮੀ ਪਾਰਟੀ ਜਿਹੜੇ ਮੁੱਦੇ ਨੂੰ ਉਭਾਰ ਕੇ, ਜਿਹੜੇ ਮੁੱਦੇ ਦੇ ਕਰਕੇ ਇੱਕ ਹੀਰੋ ਬਣੇ ਹੋਏ ਵਿਅਕਤੀ ਨੂੰ ਲੈ ਕੇ ਉਸ ਮੁੱਦੇ ਦੇ ਉੱਪਰ ਖੂਬ ਵੋਟਾਂ ਜਿਹੜੀਆਂ ਬਟੋਰੀਆਂ, ਉਸ ਮੁੱਦੇ ਤੇ ਭੱਜ ਕੇ ਮਜਬੂਰੀ ਆਮ ਆਦਮੀ ਪਾਰਟੀ ਦੀ ਕੀ ਹੈ? ਸਮੱਸਿਆ ਆਪਣੀ ਸੁਖਵਿੰਦਰ ਜੀ ਇਹੋ ਗੱਲ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਆ ਕਿ ਉਤੋਂ ਅਜੇ ਹਰੀ ਝੰਡੀ ਨਹੀਂ ਮਿਲੀ ਕਿ ਇਸ ਮੁੱਦੇ ਨੂੰ ਛੇੜਿਆ ਜਾਵੇ, ਇਸ ਮੁੱਦੇ ਨੂੰ ਠੰਡੇ ਬਸਤੇ 'ਚ ਰੱਖਿਆ ਜਾਵੇ। ਜਦੋਂ ਲੋਕ ਬਿਲਕੁਲ ਉਦੋਂ ਕੱਢ ਲਿਆ ਜਾਊਗਾ। ਠੀਕ ਆ ਤੁਹਾਡੀ ਗੱਲ, ਉਦੋਂ ਕੱਢ ਲਿਆ ਜਾਊਗਾ। ਮੁੱਦਾ ਉਹੀ ਆ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਕਰਦੀਆਂ ਨੇ। ਇਹ ਤਾਂ ਜੱਗ ਜ਼ਾਹਿਰ ਗੱਲ ਹੋ ਗਈ ਸੁਖਵਿੰਦਰ ਕਿ ਅਰਵਿੰਦ ਕੇਜਰੀਵਾਲ ਦੀ ਇਸ ਮੁੱਦੇ ਦੇ ਪੂਰਨ ਤੌਰ ਤੇ ਚੁੱਪੀ ਇਹੋ ਦਰਸਾਉਂਦੀ ਆ ਕਿ ਇਹ ਮੁੱਦਾ ਠੰਡੇ ਬਸਤੇ 'ਚ ਪਾ ਕੇ ਬਿਲਕੁਲ ਲੋੜ ਪੈਣ ਤੇ ਕੱਢਿਆ ਜਾਊਗਾ। ਬਿਲਕੁਲ ਤੁਹਾਡੀ ਗੱਲ ਠੀਕ ਹੈ ਸਾਹਿਬ। ਮੈਂ ਨਾ ਇੱਕ ਹੋਰ ਅਹਿਮ ਸਵਾਲ ਪੁੱਛ ਰਿਹਾ, ਜੇ ਸ਼ਾਇਦ ਆਪਾਂ ਕੱਲ ਵੀ ਉਹ ਤੇ ਗੱਲਬਾਤ ਕੀਤੀ ਸੀ ਕਿ ਦੇਖੋ ਜਿਹਨੇ ਇਸ ਮੁੱਦੇ ਤੇ ਸਿਆਸਤ ਕੀਤੀ ਸਾਰੇ ਠੋਕੇ ਗਏ, ਚਾਹੇ ਅਕਾਲੀ ਲਾ ਲਓ, ਚਾਹੇ ਕਾਂਗਰਸੀ ਲਾ ਲਓ, ਚਾਹੇ ਜਿਹੜੇ ਮਰਜ਼ੀ ਲਾ ਲਓ। ਤੇ ਮੈਨੂੰ ਲੱਗਦਾ ਆਪਾਂ ਖਦਸ਼ਾ ਜਤਾਇਆ ਸੀ ਕਿ ਸ਼ਾਇਦ ਪਹਿਲੇ 3 ਮਹੀਨਿਆਂ ਦੇ ਵਿੱਚ ਇੰਨੀ ਬੁਰੀ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਇੰਨੇ ਵੱਡੇ ਮੈਂਡੇਟ ਦੇ ਨਾਲ ਬਦਲਾਵ ਦੇ ਰੂਪ ਦੇ ਵਿੱਚ ਆਈ ਸਰਕਾਰ ਸਿਰਫ 3 ਮਹੀਨਿਆਂ ਦੇ ਵਿੱਚ ਹੀ ਲੋਕ ਨਕਾਰੀ ਜਾਂਦੇ ਆ। ਤੇ ਪਹਿਲੀ ਚੋਣ ਹੀ ਉਹ ਆਪਦੀ ਜਿਮਨੀ ਚੋਣ ਆਪਦੇ ਗੜ੍ਹ ਦੇ ਅੰਦਰ ਸੀਐਮ ਦਾ ਸਿਟੀ ਜਿਹੜੀ ਆ, ਉਹ ਸੀਐਮ ਦਾ ਜ਼ਿਲ੍ਹਾ ਜਿਹੜਾ ਹਾਰ ਜਾਂਦੇ ਆ। ਤਾਂ ਉਹੀ ਗੱਲ ਕਿ ਬੇਅਦਬੀਆਂ ਤੇ ਰਾਜਨੀਤੀ ਕਰਨ ਦਾ ਨਤੀਜਾ ਜਿਹੜਾ ਇਹਨਾਂ ਨੂੰ ਵੀ ਮਿਲਣ ਲੱਗ ਗਿਆ ਔਰ ਇਹਨਾਂ ਦਾ ਮੰਤਰੀ ਵੀ ਸ਼ੁਰੂਆਤ 'ਚ ਹੀ ਫੜਿਆ ਗਿਆ। ਔਰ ਦੂਜੀ ਗੱਲ ਅਣਖੀ ਸਾਹਿਬ, ਜੇ ਇਸ ਤਰੀਕੇ ਦੇ ਨਾਲ ਭੱਜਦੇ ਰਹੇ ਤਾਂ ਲੋਕਾਂ ਤੋਂ ਤਾਂ ਸ਼ਾਇਦ ਵਿਧਾਨ ਸਭਾ ਦੇ ਅੰਦਰ ਤਾਂ ਜਿਹੜਾ ਉਹ ਭੱਜ ਗਏ ਕੁਮਰ ਵਿਜੇ ਪ੍ਰਤਾਪ ਤੋਂ ਜਾਂ ਵਿਰੋਧੀ ਪਾਰਟੀਆਂ ਤੋਂ, ਬਾਹਰ ਲੋਕਾਂ ਤੋਂ ਤੇ ਪਰਮਾਤਮਾ ਦੀ ਅਦਾਲਤ ਤੋਂ ਆਮ ਆਦਮੀ ਪਾਰਟੀ ਕਿਵੇਂ ਭੱਜੂਗੀ? ਆਉਣ ਵਾਲਾ ਹਸ਼ਰ ਕੀ ਰਹਿ ਸਕਦਾ? ਦੇਖੋ ਅੱਜ ਦਾ ਜਿਹੜਾ ਇਹ ਲਾਈਵ ਟੈਲੀਕਾਸਟ ਸਾਰਿਆਂ ਲੋਕਾਂ ਨੇ ਵੇਖਿਆ, ਕੰਵਰ ਵਿਜੇ ਪ੍ਰਤਾਪ ਦੀਆਂ ਬੇਨਤੀਆਂ ਨੂੰ ਸਾਰਿਆਂ ਲੋਕਾਂ ਨੇ ਸੁਣਿਆ। ਤੁਸੀਂ ਦੇਖਿਓ ਆਹ ਪ੍ਰੋਗਰਾਮ ਜਦੋਂ ਅਸੀਂ ਸਮਾਪਤ ਕਰਾਂਗੇ ਕੋਈ ਨਾ ਕੋਈ ਪ੍ਰਤੀਕਰਮ ਜਿਹੜੇ ਇਹਦੇ ਸੰਬੰਧ ਦੇ ਵਿੱਚ ਜ਼ਰੂਰ ਆਉਣਗੇ। ਤੇ ਜਿਸ ਤਰੀਕੇ ਨਾਲ ਅਕਾਲੀ ਵਿਧਾਇਕ ਜਾਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਬੇਅਦਬੀਆਂ ਦਾ ਮੁੱਦਾ, ਜਦੋਂ ਬੇਅਦਬੀਆਂ ਹੋਈਆਂ, ਤੁਹਾਨੂੰ ਯਾਦ ਹੋਣਾ ਕਿ ਸੁਖਬੀਰ ਸਿੰਘ ਬਾਦਲ ਵਰਗੇ ਬੰਦੇ ਤੇ ਵੱਡੀ ਜਿੰਨੀ ਅਕਾਲੀ ਦਲ ਦੀ ਲੀਡਰਸ਼ਿਪ ਸੀ ਕੰਧਾਂ ਟੱਪ ਕੇ ਭੱਜਦੇ ਹੁੰਦੇ ਸੀ ਔਰ ਲੋਕਾਂ ਨੇ ਇਹਨਾਂ ਨੂੰ ਆਪਣੀ ਲੋਕ ਕਚਹਿਰੀਆਂ 'ਚ ਵੜਨ ਨਹੀਂ ਸੀ ਦਿੱਤਾ। ਤੇ ਫਿਰ ਉਸ ਤੋਂ ਮਗਰੋਂ ਉਹੋ ਹੀ ਹਾਲ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਹੋਇਆ। ਕੈਪਟਨ ਅਮਰਿੰਦਰ ਸਿੰਘ ਅਖੀਰ ਤੱਕ ਕਹਿੰਦਾ ਮੈਂ ਫੜ ਕੇ ਅੰਦਰ ਕਰੂੰਗਾ, ਪਰ ਜਿਸ ਤਰੀਕੇ ਨਾਲ ਫਿਰ ਕੈਪਟਨ ਅਮਰਿੰਦਰ ਸਿੰਘ ਦਾ ਹਾਸ਼ਰ ਹੋਇਆ ਉਹ ਵੀ ਲੋਕਾਂ ਸਾਰਿਆਂ ਨੂੰ ਯਾਦ ਆ ਕਿ ਉਹ ਬੰਦਾ ਜਿਹੜਾ ਕਹਿੰਦਾ ਹੁੰਦਾ ਕਿ ਮੈਂ ਹੀ ਸਭ ਕੁਝ ਆ, ਅਖੀਰ ਸਮਾਂ ਇਦਾਂ ਦਾ ਹੈ ਕਿ ਇੱਕ ਵੀ ਬੰਦਾ ਉਹਦੇ ਨਾਲ ਨਹੀਂ ਸੀ ਹੈਗਾ। ਤੇ ਹੁਣ ਆਮ ਆਦਮੀ ਪਾਰਟੀ ਜਦੋਂ ਇਹੋ ਜਿਹਾ ਵਰਤਾਰਾ ਕਰ ਰਹੀ ਆ,
ਤੁਹਾਡਾ ਕੀ ਖਿਆਲ ਹੈ ਕਿ ਪੰਜਾਬ ਦੇ ਲੋਕ ਇਸ ਨੂੰ ਮਾਫ ਕਰਨਗੇ? ਇਹਨਾਂ ਦੇ ਵਿਧਾਇਕਾਂ ਦੇ ਨਾਲ ਵੀ ਉਹੀ ਹਾਲ ਹੋਵੇਗਾ। ਲੋਕਾਂ ਨੇ ਸਿੱਧਾ ਹੀ ਪੁੱਛਣਾ ਸ਼ੁਰੂ ਕਰ ਦੇਣਾ ਕਿ ਇਹਦੇ ਉੱਤੇ ਕਾਰਵਾਈ ਕਦੋਂ ਹੋਵੇਗੀ, ਤੁਹਾਡਾ ਰੋਲ ਕੀ ਆ? ਤੇ ਪੰਜਾਬ ਦੇ ਲੋਕ ਜਿਸ ਤਰੀਕੇ ਨਾਲ ਬੰਦੇ ਨੂੰ ਉੱਪਰ ਚੁੱਕਦੇ ਆ, ਉਸੇ ਤਰੀਕੇ ਨਾਲ ਥੱਲੇ ਲਾ ਵੀ ਦਿੰਦੇ ਆ। ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਆ। ਤੁਸੀਂ ਦੇਖਣਾ ਇਸ ਮੁੱਦੇ ਦੇ ਉੱਤੇ ਹੀ ਆਮ ਆਦਮੀ ਪਾਰਟੀ ਦੇ ਜਿਹੜੇ 92 ਵਿਧਾਇਕ ਨੇ ਇੱਕ ਮਤ ਨਹੀਂ ਹੋ ਸਕਦੇ। ਇਹਨਾਂ 92 ਵਿਧਾਇਕਾਂ ਦੇ ਵਿੱਚੋਂ ਵੀ 40 ਸ਼ਾਇਦ ਇਸ ਸਮੇਂ ਦੂਜੇ ਬੰਨੇ ਚੱਲ ਜਾਣ ਜਾਂ ਬਾਕੀ ਇੱਕ ਬੰਨੇ ਚੱਲ ਜਾਣ। ਆਹ ਮੁੱਦਾ ਇਹੋ ਜਿਹਾ ਕਿ ਜਿਸ ਵੀ ਮੁੱਦੇ ਨੂੰ ਇਸ ਮੁੱਦੇ ਨੂੰ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਆਉਂਦਿਆਂ ਦਿਨਾਂ 'ਚ ਹੱਲ ਨਾ ਕਰ ਸਕੀ ਤੇ ਮੇਰਾ ਨਹੀਂ ਖਿਆਲ ਕਿ ਇਹਨਾਂ ਦੀ ਪਾਰਟੀ ਜਾਂ ਇਸ ਸਰਕਾਰ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਬਗਾਵਤ ਨਾ ਹੋਵੇ। ਬਗਾਵਤ ਇਹ ਹੋ ਸਕਦੀ ਆ ਕਿਉਂਕਿ 92 ਵਿਧਾਇਕਾਂ ਨੂੰ ਇਕੱਠੇ ਰੱਖਣਾ ਬੜਾ ਮੁਸ਼ਕਿਲ ਆ, ਕਿਉਂਕਿ ਇਹਨਾਂ 92 ਦੇ ਵਿੱਚ ਉਹ ਵੀ ਬੰਦੇ ਸ਼ਾਮਲ ਨੇ ਜਿਹੜੇ ਅੱਧੇ ਅਕਾਲੀਆਂ ਚੋਂ ਆਏ ਨੇ, ਅੱਧੇ ਕਾਂਗਰਸੀਆਂ ਚੋਂ ਆਏ ਨੇ, ਤੇ ਅਜੇ ਹੰਡੇ ਬੱਤੇ ਜਿਹੜੇ ਸਿਆਸਤਦਾਨ ਨੇ ਉਹ ਇਹਨਾਂ 'ਚ ਸ਼ਾਮਲ ਨੇ। ਸੋ ਇਸ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਦੀ ਕਿਰਕਰੀ ਜਿਹੜੀ ਹੋਈ ਆ, ਮੈਂ ਉਹੀ ਗੱਲ ਕਰ ਰਿਹਾ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਇਗਨੋਰ ਕੀਤਾ ਜਾ ਰਿਹਾ ਕਿ ਕਿੰਨਾ ਕੁ ਟਾਈਮ ਇਗਨੋਰ ਕਰ ਲੈਣਗੇ, ਕਿੰਨਾ ਕੁ ਟਾਈਮ ਸਬਰ ਜਿਹੜਾ ਕੁੰਵਰ ਵਿਜੇ ਪ੍ਰਤਾਪ ਕਰਨਗੇ। ਕਿਤੇ ਨਾ ਕਿਤੇ ਸਬਰ ਦੀ ਹੱਦ ਟੁੱਟਦੀ ਹੈ, ਫਿਰ ਉਸ ਚੀਜ਼ ਨੂੰ ਬਗਾਵਤ ਦਾ ਨਾਮ ਵੀ ਜਿਹੜਾ ਦਿੱਤਾ ਜਾ ਸਕਦਾ ਹੈ। ਕਿਉਂਕਿ ਜਿਹੜਾ ਬੰਦਾ ਇਹਨਾਂ ਮੁੱਦਿਆਂ ਦੇ ਕਰਕੇ ਗੁਰੂ ਗੋਬਿੰਦ ਸਿੰਘ ਦਾ ਓਟ ਆਸਰਾ ਲੈ ਕੇ ਉਹ ਜਿਹੜਾ ਬੰਦਾ ਆਪਣੀ IG ਦੀ ਏਡੀ ਵੱਡੀ ਕੁਰਸੀ ਨੂੰ ਲੱਤ ਮਾਰ ਸਕਦਾ ਹੈ, ਤਾਂ ਜਿਹੜੀ ਇੰਨੀ ਮਿਹਨਤ ਕਰਕੇ ਸ਼ੁਰੂਆਤ ਤੋਂ ਲੈ ਕੇ ਪਹਿਲਾਂ ਪੜ੍ਹਾਈ ਕੀਤੀ, ਉਹਦੀ ਤਿਆਰੀ ਕੀਤੀ, ਫਿਰ ਇੰਨਾ ਰੁਤਬਾ ਇੰਨਾ ਰਸੂਖ ਬਣਾਇਆ ਕਿ ਜਦੋਂ ਪਹਿਲੇ ਕਿਸੇ ਇਮਾਨਦਾਰ ਅਫਸਰ ਦਾ ਨਾਮ ਆਉਂਦਾ ਸੀ ਤਾਂ ਕੁੰਵਰ ਵਿਜੇ ਪ੍ਰਤਾਪ ਦਾ ਨਾਮ ਚੇਤੇ ਆਉਂਦਾ ਸੀ। ਜਦੋਂ ਕਿਸੇ ਨੇ ਇਨਸਾਫ ਕਰਨਾ ਸੀ ਜਾਂ ਜਦੋਂ ਕਿਸੇ ਨੇ ਇਨਸਾਫ ਲੈਣਾ ਸੀ ਜਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਉਣਾ ਸੀ ਤਾਂ ਪਹਿਲੇ ਨੰਬਰ ਤੇ ਨਾਮ ਕੁੰਵਰ ਵਿਜੇ ਪ੍ਰਤਾਪ ਦਾ ਆਉਂਦਾ ਸੀ। ਐਡਾ ਰਸੂਖ ਉਹਨੇ ਬਣਾਇਆ ਸੀ, ਉਸ ਕੁਰਸੀ ਨੂੰ ਲੱਤ ਮਾਰਤੀ। ਤਾਂ ਫਿਰ ਵਿਧਾਨ ਸਭਾ ਦੇ ਵਿੱਚ ਜਿਸ ਤਰੀਕੇ ਨਾਲ ਇਗਨੋਰ ਕੀਤਾ ਗਿਆ, ਬਾਹਰ ਇਗਨੋਰ ਕੀਤੇ ਗਏ ਉਹਦੇ ਚੁੱਕੇ ਮੁੱਦੇ, ਤਾਂ ਉਹ ਫਿਰ ਕਿੰਨਾ ਕੁ ਟਾਈਮ ਚੁੱਪ ਰਹਿ ਸਕਦੀ ਆ? ਬਗਾਵਤ ਕਿਤੇ ਨਾ ਕਿਤੇ ਜ਼ਰੂਰ ਉੱਭਰੇਗੀ। ਤੁਸੀਂ ਬੜੀ ਵਧੀਆ ਗੱਲ ਜਿਹੜੀ ਕੀਤੀ ਹੈ ਕਿ ਇੱਕ ਨੰਬਰ ਤੇ ਸ਼ਾਇਦ ਇਹ ਜਿਹੜਾ ਇੱਕ ਨੰਬਰ ਹੈ, ਜਿਸ ਤਰੀਕੇ ਨਾਲ ਕੰਵਰ ਵਿਜੇ ਪ੍ਰਤਾਪ ਬੀਤੇ ਲੰਬੇ ਸਮੇਂ ਤੋਂ ਹਮੇਸ਼ਾ ਇੱਕ ਨੰਬਰ ਤੇ ਰਹੇ ਨੇ, ਸ਼ਾਇਦ ਇਹੋ ਹੀ ਇੱਕ ਨੰਬਰ ਦਾ ਮੁੱਦਾ ਭਗਵੰਤ ਮਾਨ ਨੂੰ ਸਿਖਾ ਨਹੀਂ ਰਿਹਾ, ਭਗਵੰਤ ਮਾਨ ਦੀ ਸਰਕਾਰ ਨੂੰ ਸਿਖਾ ਨਹੀਂ ਰਿਹਾ। ਅਗਰ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕੇਵਲ 2 ਜਾਂ 3 ਚਿਹਰੇ ਨੇ ਜਿਹੜੇ ਪ੍ਰਮਾਣਿਤ ਚਿਹਰੇ, ਜਿਹੜੇ ਲੋਕਾਂ ਦੇ ਵਿੱਚ ਚਰਚਲ ਚਿਹਰੇ ਹੋ ਸਕਦੇ ਆ। ਕਿਹੜਾ? ਇੱਕ ਤੇ ਭਗਵੰਤ ਮਾਨ, ਦੂਜਾ ਕੰਵਰ ਵਿਜੇ ਪ੍ਰਤਾਪ ਸਿੰਘ, ਤੀਜੇ ਬੰਦੇ ਦਾ ਮੇਰਾ ਨਹੀਂ ਖਿਆਲ ਕਿ ਆਪਣੇ ਹਲਕੇ ਦੇ ਨੰਬਰ ਲੋਕਾਂ ਵੀ ਨਾਮ ਹੀ ਜਾਣਦੇ ਹੋਣ, ਪਰ ਕੰਵਰ ਵਿਜੇ ਪ੍ਰਤਾਪ ਨੂੰ ਸਾਰਾ ਪੰਜਾਬ ਜਾਣਦਾ, ਭਗਵੰਤ ਮਾਨ ਨੂੰ ਸਾਰਾ ਪੰਜਾਬ ਜਾਣਦਾ। ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੰਨੀ ਪ੍ਰਮੁਖਤਾ ਜਿਹੜੀ ਆ ਕੰਵਰ ਵਿਜੇ ਪ੍ਰਤਾਪ ਨੂੰ ਨਹੀਂ ਦਿੱਤੀ ਜਾ ਰਹੀ ਕਿ ਜੇਕਰ ਅੱਜ ਇਹ ਵਿਧਾਨ ਸਭਾ ਦੇ ਵਿੱਚ ਉਸ ਤਰੀਕੇ ਨਾਲ ਬੋਤਾ ਤੇ ਜਿਸ ਤਰੀਕੇ ਨਾਲ ਫਿਰ ਇਹਨੇ ਬਖੀਆਂ ਢੇੜਦੀਆਂ ਸੀ, ਤਾਂ ਕੱਲ ਨੂੰ ਸੁਖਵਿੰਦਰ ਜੀ ਸਥਿਤੀਆਂ ਬਿਲਕੁਲ ਪਰਿਵਰਤਿਤ ਹੋ ਸਕਦੀਆਂ ਸਨ। ਕੱਲ ਨੂੰ ਇਹੋ ਜਿਹੀਆਂ ਸਥਿਤੀਆਂ ਬਣ ਸਕਦੀਆਂ ਕਿ ਲੋਕ ਪੰਜਾਬ ਦੇ ਇਹ ਮੰਗ ਕਰਨ ਕਿ ਭਗਵੰਤ ਮਾਨ ਨਹੀਂ ਸਾਨੂੰ ਮੁੱਖ ਮੰਤਰੀ, ਇਹ ਬੰਦਾ ਚਾਹੀਦਾ ਜਿਹਨੇ ਗੁਰੂ ਦੇ ਦੋਸ਼ੀਆਂ ਨੂੰ, ਗੁਰੂ ਘਰ ਦੇ ਜਿਹੜੇ ਕਥਿਤ ਦੋਸ਼ੀ ਨੇ ਉਹਨਾਂ ਨੂੰ ਮਤਲਬ ਫੜ ਕੇ ਸਿੱਖਾਂ ਪਿੱਛੇ ਟੰਗਿਆ। ਇਹ ਜਿਹੜੀ ਇੱਕ ਕ੍ਰੈਡਿਟ ਵਾਰ ਕਿ ਕਿਸੇ ਵੀ ਸੂਰਤ ਦੇ ਵਿੱਚ ਭਗਵੰਤ ਮਾਨ ਵੀ, ਮੈਂ ਕਹਿ ਸਕਦਾ ਕਿ ਉਹਦੀ ਸਥਿਤੀ ਇਦਾਂ ਦੀ ਆ ਕਿ 2 ਨੰਬਰ ਦਾ ਲੀਡਰ ਪੰਜਾਬ 'ਚ ਬਣ ਨਹੀਂ ਦੇਣਾ। ਜੇ ਮੈਂ ਹੀ ਆ ਤਾਂ ਮੈਂ ਹੀ ਆ। ਤਾਂ ਇਹੋ ਹੀ ਕਾਰਨ ਹੈ ਕਿ ਸ਼ਾਇਦ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ। ਬਾਕੀ ਜਿਹੜੇ ਮੰਤਰੀ ਤੁਸੀਂ ਅੱਜ ਦੀ ਸਰਕਾਰ 'ਚ ਸ਼ਾਮਲ ਨੇ, ਬਿਲਕੁਲ ਨਵੇਂ ਚਿਹਰੇ ਨੇ, ਤੇ ਉਹ ਕਿਸੇ ਵੀ ਸੂਰਤ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਜਾਂ ਭਗਵੰਤ ਮਾਨ ਦੇ ਸਾਹਮਣੇ ਨਜ਼ਰ ਨਹੀਂ ਉਠਾ ਸਕਦੇ। ਪਰ ਕੰਵਰ ਵਿਜੇ ਪ੍ਰਤਾਪ ਦੀ ਸਥਿਤੀ ਜਿਹੜੀ ਉਹ ਅਲੱਗ ਆ, ਤੇ ਉਸੇ ਸਥਿਤੀ ਨੂੰ ਆਪਣੀ ਵਾਸਤੇ ਖਤਰਾ ਮੰਨਦਿਆਂ ਹੋਇਆ ਇਸ ਮੁੱਦੇ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਕਿਨਾਰਾਕਸ਼ੀ ਕਰਦੀ ਨਜ਼ਰ ਆਉਂਦੀ ਹੈ। ਜੇਕਰ ਅੱਜ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ 'ਚ ਇਹ ਮੁੱਦਾ ਵਿਚਾਰਿਆ ਜਾਂਦਾ ਤੇ ਦੂਜੇ ਪਾਸੇ ਵਿਰੋਧੀ ਧਿਰ ਜੇਕਰ ਕੰਵਰ ਵਿਜੇ ਪ੍ਰਤਾਪ ਦੀ ਪਿੱਠ ਤੇ ਖਲੋਤੀ ਨਜ਼ਰ ਆਉਂਦੀ ਤਾਂ ਕੁਦਰਤੀ ਤੌਰ ਤੇ ਸਥਿਤੀਆਂ ਬੜੀਆਂ ਅਲੱਗ ਹੋਣੀਆਂ ਸਨ। ਆਮ ਆਦਮੀ ਪਾਰਟੀ, ਕਿਉਂਕਿ ਇਹ ਮੁੱਦਾ ਭਗਵੰਤ ਮਾਨ ਨੂੰ ਪੇਸ਼ ਕਰਨਾ ਚਾਹੀਦਾ ਸੀ, ਨਾ ਕਿ ਮਾਫ ਕਰਦਾ ਕੰਵਰ ਵਿਜੇ ਪ੍ਰਤਾਪ। ਉਹ ਆਪਣੀ ਜ਼ਿੰਮੇਵਾਰੀ ਤੋਂ ਖੁੰਝ ਗਿਆ। ਸਰ ਖੁੰਝਿਆ ਇਸ ਕਾਰਨ ਕਿ ਜੇਕਰ ਅਸੀਂ ਇਹਨੂੰ ਮੌਕਾ ਦਿੰਦੇ ਆ ਤਾਂ ਇਹ ਇਦਾਂ ਨਾ ਹੋਵੇ ਕਿ ਇਹ ਕੱਲ ਨੂੰ ਮੇਰੇ ਤੱਕ ਪਹੁੰਚ ਜਾਵੇ। ਇਹ ਵੀ ਇੱਕ ਕ੍ਰੈਡਿਟ ਵਾਰ ਵੀ ਜਿਹੜੀ ਆ ਸ਼ਾਇਦ ਇਸ ਮੁੱਦੇ ਦੇ ਵਿੱਚ ਜਿਹੜੀ ਰੁਕਾਵਟ ਜਿਹੜੀ ਬਣਦੀ ਗਈ ਹੈ। ਜੀ ਬਿਲਕੁਲ ਬਿਲਕੁਲ, ਬਹੁਤੀ ਦੇਰ ਜਿਹੜਾ ਇਸ ਮੁੱਦੇ ਨੂੰ ਭਟਕਾਇਆ ਨਹੀਂ ਜਾ ਸਕਦਾ। ਪ੍ਰਮਾਤਮਾ ਦੀ ਅਦਾਲਤ ਜਿਵੇਂ ਪਹਿਲਾਂ ਵਾਲਿਆਂ ਨੂੰ ਸਜ਼ਾ ਦਿੱਤੀ ਆ, ਉਵੇਂ ਕਿਤੇ ਇਹ ਨਾ ਹੋਵੇ ਕਿ ਹੁਣ ਜਿਹੜੇ ਸਿਆਸਤ ਕਰ ਰਹੇ ਨੇ ਇਹਨਾਂ ਮੁੱਦਿਆਂ ਦੇ ਉੱਪਰ ਉਹਨਾਂ ਦੇ ਵੀ ਜਿਹੜਾ ਕੱਖ ਨਾ ਰਹੇ। ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਸਾਡਾ ਜਿਹੜਾ ਜ਼ਰੂਰ ਪਸੰਦ ਆਇਆ ਹੋਊਗਾ, ਔਰ ਇਸ ਗੱਲ ਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਅੱਗੇ ਵਧਾਓ। ਔਰ ਸਾਡੇ ਦਰਸ਼ਕ ਇਸ ਬਾਰੇ ਕੀ ਸੋਚਦੇ ਨੇ, ਪੰਜਾਬ ਦੇ ਲੋਕ ਇਸ ਬਾਰੇ ਕੀ ਸੋਚਦੇ ਨੇ, ਇਸ ਦੇ ਬਾਰੇ ਸਾਨੂੰ ਕਮੈਂਟ ਕਰਕੇ ਜਿਹੜਾ ਉਹ
ਜ਼ਰੂਰ ਦੱਸੋ, ਵੱਧ ਤੋਂ ਵੱਧ ਇਹ ਪ੍ਰੋਗਰਾਮ ਜਿਹੜਾ ਦੂਰ ਦਰਾਡੇ ਤੱਕ ਪਹੁੰਚਾਓ ਤਾਂ ਜੋ ਇਹ ਗੱਲ ਲੋਕਾਂ ਦੇ ਸਾਹਮਣੇ ਜਿਹੜੀ ਆ ਉਹ ਆ ਸਕੇ। ਤਾਂ ਅਣਖੀ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।